ਇਹ ਕਹਾਣੀ ਸਿਮਰਜੀਤ ਜੱਸੀ ਦੁਆਰਾ ਲਿਖੀ ਗਈ ਹੈ ਅਤੇ ਇਸ ਦਾ ਨਾਂ ਹੈ ਰਾਤ ਦੇ ਓਲੇ। ਸੁਨਸਾਨ ਪਈ ਗਲੀ, ਕਿਤੇ ਕਿਤੇ ਦੂਰ ਕੁੱਤੇ ਦੇ ਭੌਂਕਣ ਦੀ ਆਵਾਜ਼, ਚਾਰ ਪੈਰਾਂ ਦੀ ਮੱਧਮ ਪੈੜ ਚਾਲ, ਜਿਵੇਂ ਕਿਸੇ ਕੈਦੀ ਦੇ ਪੈਰਾਂ ਨੂੰ ਸੰਗਲਾਂ ਨਾਲ ਨੂੜਿਆ ਹੋਵੇ। ਪਤਝੜ ਦੀ ਰੁੱਤ, ਪੈਰਾਂ ਹੇਠ ਲਤੜੇ ਜਾਂਦੇ ਪੱਤੇ ਵੀ ਕਰਾ ਉੱਠਦੇ। ਸਾਰੇ ਪਾਸੇ ਹਨੇਰੇ ਨੇ ਜਿਵੇਂ ਚੌਂਕੜਾ ਮਾਰ ਲਿਆ ਸੀ। ਰਾਤ ਦਾ ਪਹਿਲਾ ਪਹਿਰ ਪਿੰਡਾਂ ਵਿੱਚ ਅਕਸਰ ਭੂਤਾਂ ਦਾ ਪਹਿਰ ਮੰਨਿਆ ਜਾਂਦਾ ਹੈ, ਪਰ ਦੋਨੋਂ ਸਾਏ ਨਿਡਰ ਹੋ ਕੇ ਤੁਰੇ ਜਾ ਰਹੇ ਸੀ। ਠੱਕ ਠੱਕ ਉਹਨਾਂ ਵਿੱਚੋਂ ਇੱਕ ਨੇ ਪਿੰਡੋਂ ਬਾਹਰ ਬਣੇ ਘਰ ਦਾ ਦਰਵਾਜ਼ਾ ਖੜਕਾਇਆ। ਕਾਫੀ ਦੇਰ ਬਾਅਦ ਇੱਕ ਭਾਰੇ ਸਰੀਰ ਦੀ ਔਰਤ ਨੇ ਕੁੰਡਾ ਖੋਲ੍ਹਿਆ। ਉਸ ਦੀ ਚਾਲ ਤੋਂ ਪਤਾ ਲੱਗ ਰਿਹਾ ਸੀ ਕਿ ਉਹ ਵੀ ਪਹਿਲਾਂ ਤੋਂ ਜਾਗ ਰਹੀ ਸੀ। ਆ ਗਈਆਂ ਤੁਸੀਂ? ਮੈਂ ਤੁਹਾਨੂੰ ਹੀ ਉਡੀਕੀ ਜਾਂਦੀ ਸੀ। ਇੱਧਰ ਬੈਠਕ ਵਿੱਚ ਬੈਠੋ, ਮੈਂ ਆਈ। ਭਾਰੇ ਸਰੀਰ ਦੀ ਸਾਂਵਲੇ ਜਿਹੇ ਰੰਗ ਦੀ ਔਰਤ ਨੇ ਉਹਨਾਂ ਨੂੰ ਬੈਠਕ ਵੱਲ ਇਸ਼ਾਰਾ ਕਰਕੇ ਭੇਜ ਦਿੱਤਾ। ਬੈਠਕ ਅੰਦਰ ਜਗ ਰਿਹਾ ਪੀਲੇ ਰੰਗ ਦਾ ਬਲਬ ਇੱਕ ਪਾਸੇ ਲੱਕੜ ਦੇ ਬੈੱਡ 'ਤੇ ਵਿਛੀ ਚਿੱਟੀ ਚਾਦਰ, ਸੀਮਿੰਟ ਦੀ ਕਾਂਸ 'ਤੇ ਰੱਖੇ ਬਨੌਟੀ ਫੁੱਲਾਂ ਦੇ ਗੁਲਦਸਤੇ, ਸਭ ਕੁਝ ਸਾਧਾਰਨ ਜਿਹਾ ਲੱਗ ਰਿਹਾ ਸੀ। ਉਹ ਦੋਨੋਂ ਡਰੀਆਂ ਸਹਿਮੀਆਂ ਧਸੇ ਹੋਏ ਸੋਫੇ 'ਤੇ ਜਾ ਡਿੱਗ ਪਈਆਂ। 4-5 ਮਿੰਟ ਬਾਅਦ ਮੁੜੀ ਉਸੇ ਔਰਤ ਦੇ ਹੱਥ ਵਿੱਚ ਇੱਕ ਲਿਫਾਫਾ ਤੇ ਹਰੇ ਰੰਗ ਦੀ ਚਾਦਰ ਸੀ। ਉਹਨੇ ਦੋਨਾਂ ਨੂੰ ਬਲਬ ਦੇ ਚਾਨਣ ਵਿੱਚ ਦੇਖਿਆ। ਹੁਣ ਉਹਨਾਂ ਦੋਵਾਂ ਦਾ ਰੰਗ ਬਿਲਕੁਲ ਪੀਲਾ ਪੈ ਚੁੱਕਿਆ ਸੀ। ਜ਼ੁਬਾਨ ਜਿਵੇਂ ਕਿਸੇ ਨੇ ਪੱਕੇ ਤੌਰ 'ਤੇ ਸਿਉਂ ਦਿੱਤੀ ਹੋਵੇ। ਹਾਂ ਭੈਣੇ ਗੇਜੋ, ਦੱਸੋ ਪਾਣੀ ਪੀਣਾ ਹੈ ਕਿ ਚਾਹ ਧਰਾਂ? ਉਹਨਾਂ ਦੋਨਾਂ ਵਿੱਚੋਂ ਅੱਧ-ਘੜ ਉਮਰ ਦੀ ਤੀਵੀਂ ਨੂੰ ਪੁੱਛਿਆ। ਨਾ ਭੈਣੇ, ਕੁਝ ਨਹੀਂ ਖਾਣਾ, ਕੁਝ ਨਹੀਂ ਪੀਣਾ। ਜਿਹੜੇ ਕੰਮ ਤੇਰੇ ਕੋਲ ਆਈਆਂ ਹਾਂ ਤੂੰ ਛੇਤੀ ਨਿਬੇੜ, ਅਸੀਂ ਮੁੜ ਕੇ ਘਰ ਵੀ ਜਾਣਾ ਹੈ। ਉਹ ਤਾਂ ਅੱਜ ਇਹਦੇ ਬਾਪੂ ਦੀ ਪਾਣੀ ਦੀ ਵਾਰੀ ਸੀ, ਰਾਤ ਦੀ ਤਾਂ ਤੇਰੇ ਕੋਲ ਆ ਗਈਆਂ। ਮੁੰਡਾ ਘਰੇ ਆਪਦੀ ਦਾਦੀ ਕੋਲ ਸੁੱਤਾ ਪਿਆ, ਕਿਤੇ ਜਾਗ ਹੀ ਨਾ ਜਾਵੇ। ਆਖਦੇ ਹੀ ਗੇਜੂ ਨੇ ਨੀਵੀਂ ਪਾ ਲਈ। ਉਸ ਦੇ ਨਾਲ ਬੈਠੀ ਉਸ ਦੀ 18 ਕੁ ਵਰ੍ਹਿਆਂ ਦੀ ਧੀ ਨੂੰ ਜਿਵੇਂ ਕਿਸੇ ਨੇ ਬੁੱਤ ਬਣਾ ਕੇ ਬਿਠਾ ਦਿੱਤਾ ਹੋਵੇ। ਗੁਰਵੰਤੀ ਦਾਈ ਦੀ ਨਿਗਾਹ ਉਸ ਦੀ ਕੁੜੀ ਦੇ ਢਿੱਡ 'ਤੇ ਪਈ। ਜਾਣੀ ਜਾਣ ਸੀ, ਦੇਖ ਕੇ ਹੀ ਸਾਰਾ ਕੁਝ ਪਰਖ ਜਾਂਦੀ ਸੀ ਕਿ ਮਾਜਰਾ ਕੀ ਹੈ। ਬੇਸ਼ੱਕ ਦੁਪਹਿਰ ਵੇਲੇ ਆ ਕੇ ਗੇਜੋ ਉਸ ਨਾਲ ਸਾਰਾ ਮਾਮਲਾ ਪਰਦੇ ਨਾਲ ਸਾਂਝਾ ਕਰ ਗਈ ਸੀ। ਗੁਰਵੰਤੀ ਨੇ ਉਸ ਨੂੰ ਰਾਤ ਨੂੰ ਆਉਣ ਲਈ ਆਖ ਦਿੱਤਾ ਸੀ। ਇੱਧਰ ਆ ਕੁੜੇ, ਆ ਇੱਧਰ ਪੈ ਜਾ ਬੈੱਡ 'ਤੇ। ਦਾਈ ਨੇ ਉਸ ਮਲੂਕ ਜਿਹੀ ਕੁੜੀ ਨੂੰ ਇਸ਼ਾਰਾ ਕੀਤਾ। ਉਸ ਦੇ ਢਿੱਡ 'ਤੇ ਹੱਥ ਮਲਦਿਆਂ ਗੁਰਵੰਤੀ ਨੇ ਗੇਜੋ ਵੱਲ ਝਾਕਿਆ। ਗੇਜੋ ਵੀ ਜਿਵੇਂ ਕਿਸੇ ਹੋਣੀ ਅਣਹੋਣੀ ਦੇ ਚੱਕਰਵਿਊਹ ਵਿੱਚ ਫਸੀ ਉਦਾਸ ਲੱਗ ਰਹੀ ਸੀ। ਭੈਣੇ, ਕੁੜੀ ਨੂੰ ਤਾਂ ਦਿਨ ਪੂਰੇ ਲੱਗਦੇ ਆ, ਕੇਸ ਕਰਨਾ ਪਊ।
ਦੇਖ ਲੈ, ਕੋਈ 19-21 ਹੋ ਗਈ ਤਾਂ ਮੈਂ ਦੇਣਦਾਰ ਨਹੀਂ, ਅੱਗੇ ਤੁਹਾਡੀ ਮਰਜ਼ੀ ਏ। ਭੈਣ ਮੇਰੀ ਏ, ਮੈਂ ਤਾਂ ਡੋਰ ਤੇਰੇ ਹੱਥ ਫੜਾਈ ਏ, ਤੋੜ ਚਾਹੇ ਰੱਖ, ਜਿਵੇਂ ਵੀ ਹੁੰਦਾ ਤੂੰ ਕਰ। ਮੇਰਾ ਇਸ ਖਲਜਗਣ ਚੋਂ ਸਿਰ ਬਾਹਰ ਕੱਢ। ਹੁਣ ਤੇਰੇ ਨਾਲ ਤਾਂ ਭੇਤ ਫਰੋਲ ਲਿਆ, ਹੋਰ ਕਿਹਦੇ ਕੋਲ ਲੈ ਕੇ ਜਾਵਾਂ ਕੁਮਾਰੀ ਕੁੜੀ ਨੂੰ। ਅੱਖਾਂ ਚੁੰਨੀ ਨਾਲ ਪੂੰਝਦੀ ਨੇ, ਹਾਵ-ਭਾਵ ਪੂਰੀ ਤਰ੍ਹਾਂ ਡਾਵਾਡੋਲ ਸਨ। ਚੰਗਾ ਭੈਣ, ਕਹਿੰਦੀ ਗੁਰਵੰਤੀ ਨੇ ਅੱਖਾਂ ਬੰਦ ਕੀਤੀਆਂ, ਮਨ ਵਿੱਚ ਹੀ ਕੁਝ ਸ਼ਬਦ ਉਚਾਰੇ। ਗੁਰਵੰਤੀ ਜਿਵੇਂ ਹੀ ਉਸ ਕੁੜੀ ਵੱਲ ਵਧੀ, ਗੇਜੋ ਘਬਰਾ ਕੇ ਬਾਹਰ ਨਿਕਲ ਗਈ। ਉਸ ਦਾ ਜੇਰਾ ਨਹੀਂ ਪੈ ਰਿਹਾ ਸੀ ਕਿ ਆਪਣੀ ਧੀ ਨੂੰ ਇਸ ਹਾਲਾਤ ਵਿੱਚ ਦੇਖੇ। ਗੁਰਵੰਤੀ ਹਿੰਮਤੀ ਔਰਤ ਸੀ। ਸਿਆਣੀ ਦਾਈ ਹੋਣ ਕਰਕੇ ਨੇੜੇ ਤੇੜੇ ਪਿੰਡਾਂ ਦੇ ਲੋਕ ਵੀ ਉਸ ਤੋਂ ਹੀ ਜਾਪੇ ਕਰਵਾਉਂਦੇ ਨੂੰਹਾਂ ਧੀਆਂ ਦੇ। ਪਰ ਇਹੋ ਜਿਹਾ ਕੇਸ ਉਸ ਕੋਲ ਪਹਿਲੀ ਵਾਰ ਆਇਆ ਸੀ ਕਿ ਇੱਕ ਕੁਮਾਰੀ ਕੁੜੀ 9 ਮਹੀਨਿਆਂ ਦਾ ਗਰਭ ਲੈ ਕੇ ਉਸ ਕੋਲ ਪਹੁੰਚੀ ਸੀ। ਗੁਰਵੰਤੀ ਨੇ ਪਾਣੀ ਗਰਮ ਕਰਕੇ ਆਪਣੇ ਕੋਲ ਰੱਖ ਲਿਆ। ਰੁੱਤ ਵੀ ਠੀਕ ਸੀ, ਨਾ ਬਹੁਤੀ ਗਰਮੀ ਨਾ ਸਰਦੀ। ਗੇਜੋ ਬਾਹਰ ਡਹਿ ਮੰਜੇ 'ਤੇ ਹੀ ਬੈਠ ਕੇ ਵਾਹਿਗੁਰੂ ਦਾ ਨਾਮ ਜਪਣ ਲੱਗੀ। ਗੁਰਵੰਤੀ ਦਾ ਘਰ ਛੋਟਾ ਹੀ ਸੀ। 2 ਕਮਰੇ, ਸੱਜੇ ਪਾਸੇ ਬਣੀ ਛੋਟੀ ਜਿਹੀ ਕੱਚੀ ਪੱਕੀ ਜਿਹੀ ਰਸੋਈ, ਪਸ਼ੂਆਂ ਲਈ ਬਣੀ ਛੋਟੀ ਜਿਹੀ ਖੁਰਲੀ ਤੇ ਕਿੱਲੇ ਨਾਲ ਬੰਨੀ ਦੇਸੀ ਨਸਲ ਦੀ ਗਾਂ। ਮੁੱਖ ਦਰਵਾਜ਼ੇ 'ਤੇ ਬਣੀ ਬੈਠਕ, ਜਿੱਥੇ ਉਹ ਗਰਭਵਤੀ ਔਰਤਾਂ ਦੇ ਜਾਪੇ ਕਰਦੀ। ਘਰ ਵਿੱਚ ਉਹ ਸਿਰਫ 2 ਜੀਅ ਹੀ ਸਨ, ਇੱਕ ਉਹ ਆਪ ਤੇ ਦੂਜੀ ਉਸ ਦੀ ਮਾਂ, ਜੋ 60 ਨੂੰ ਪਾਰ ਕਰ ਚੁੱਕੀ ਸੀ। ਦੋਵੇਂ ਮਾਵਾਂ ਧੀਆਂ ਵਧੀਆ ਗੁਜ਼ਾਰਾ ਕਰ ਰਹੀਆਂ ਸਨ। ਪਿੰਡਾਂ ਦੇ ਲੋਕਾਂ ਤੋਂ ਹੀ ਸੁਣਿਆ ਸੀ ਕਿ ਗੁਰਵੰਤੀ ਨੂੰ ਉਸਦੇ ਘਰ ਵਾਲੇ ਨੇ ਇਸ ਕਰਕੇ ਛੱਡ ਦਿੱਤਾ ਸੀ ਕਿਉਂਕਿ ਉਹ ਸੂਰਤ ਪੱਖੋਂ ਸੋਹਣੀ ਨਹੀਂ ਸੀ। ਫਿਰ ਉਸਨੇ ਆਪਣੀ ਮਾਂ ਕੋਲੋਂ ਹੀ ਜਾਪੇ ਕਰਵਾਉਣ ਦਾ ਗੁਰ ਸਿੱਖ ਲਿਆ ਸੀ। ਲੋਕਾਂ ਨੂੰ ਹਸਪਤਾਲ ਨਾਲੋਂ ਉਸ 'ਤੇ ਜ਼ਿਆਦਾ ਯਕੀਨ ਸੀ। ਹਾਏ ਮਾਂ, ਹਾਏ ਮੇਰਿਆ ਰੱਬਾ, ਮੈਨੂੰ ਬਚਾ ਲੈ, ਕਰਨੀ ਦੀਆਂ ਆਵਾਜ਼ਾਂ ਗੇਜੋ ਦੇ ਕੰਨੀ ਪਈਆਂ ਤਾਂ ਇੱਕ ਵਾਰ ਤਾਂ ਉਸਦਾ ਵੀ ਕਾਲਜਾ ਮੂੰਹ ਨੂੰ ਆ ਗਿਆ। ਆਖਰ ਮਾਂ ਸੀ, ਧੀ ਦੀ ਤਕਲੀਫ ਚੱਲ ਨਹੀਂ ਸੀ ਹੋ ਰਹੀ। ਵਾਹਿਗੁਰੂ ਦੇ ਨਾਮ ਦਾ ਉਚਾਰਨ ਹੋਰ ਉੱਚਾ ਹੋ ਗਿਆ। ਗੁਰਵੰਤੀ ਦੀ ਮਾਂ ਕ੍ਰਿਸ਼ਨਾ ਨੇ ਉਸਦੇ ਮੋਢੇ 'ਤੇ ਦਿਲਾਸਾ ਦੇਣ ਲਈ ਆਪਣਾ ਹੱਥ ਰੱਖਿਆ। ਗੇਜੋ ਦੇ ਤ੍ਰਿਪ ਤ੍ਰਿਪ ਹੰਝੂ ਬਹਿ ਤੁਰੇ। ਮਨ ਹੀ ਮਨ ਧੀ ਦੇ ਕਾਰੇ ਨੂੰ ਕੋਸ ਰਹੀ ਸੀ, ਨਾਲੇ ਆਪਣੀ ਮਾੜੀ ਕਿਸਮਤ ਨੂੰ ਰੋ ਰਹੀ ਸੀ। ਉਸਦੇ ਦਿਮਾਗ ਨੂੰ ਜਿਵੇਂ ਜਾਲੇ ਲੱਗ ਗਏ ਸਨ। ਕੁਛ ਨਹੀਂ ਸੁੱਝ ਰਿਹਾ ਸੀ। ਉਲਝ ਰਹੀ ਸੀ ਆਪਣੇ ਹੀ ਵਿਚਾਰਾਂ ਨਾਲ। ਕਿਵੇਂ ਸਾਹਮਣਾ ਕਰੇਗੀ ਆਪਣੇ ਖਾਵੰਦ ਦਾ ਜਦੋਂ ਉਸ ਨੂੰ ਆਪਣੀ ਧੀ ਦੀ ਸੱਚਾਈ ਬਾਰੇ ਪਤਾ ਲੱਗੇਗਾ? ਉਹ ਤਾਂ ਵੱਢ ਦੇਵੇਗਾ। ਸੱਸ ਉਸਦੀ ਪਹਿਲਾਂ ਹੀ ਉਸ ਨੂੰ ਗੱਲ ਗੱਲ 'ਤੇ ਤਾਹਨੇ ਮਿਹਣੇ ਦੇਣੇ ਨਹੀਂ ਹਟਦੀ। ਉਸਦੇ ਮਨ ਵਿੱਚ ਵਿਚਾਰਾਂ ਦਾ ਜਿਵੇਂ ਸਮੁੰਦਰ ਚੜ੍ਹਿਆ ਹੋਇਆ ਸੀ।
ਵਿਚਾਰਾਂ ਦੀਆਂ ਲਹਿਰਾਂ ਵਿੱਚ ਗੋਤੇ ਖਾਂਦੀ ਨੂੰ ਗੁਰਵੰਤੀ ਨੇ ਹਲੂਣਿਆ। ਭੈਣੇ ਭੈਣੇ ਇੱਕ ਲੰਮੀ ਨੀਂਦ ਚੋਂ ਜਿਵੇਂ ਹੁਣੇ ਜਾਗੀ ਹੋਵੇ। ਭੈਣੇ ਮੇਰੀਏ ਜਾਪਾ ਤਾਂ ਠੀਕ ਹੋ ਗਿਆ। ਕਰਨੀ ਠੀਕ ਹੈ ਹੁਣ, ਮਾੜਾ ਮੋਟਾ ਹੋਸ਼ ਵਿੱਚ ਆਈ ਹੈ। ਮੁੰਡਾ ਹੋਇਆ ਹੈ, ਦੱਸ ਕੀ ਕਰਨਾ ਹੈ ਹੁਣ। ਗੇਜੋ ਨੇ ਕੁੜਤੇ ਦੇ ਸੱਜੇ ਪਾਸੇ ਬਣੇ ਖੀਸੇ ਵਿੱਚੋਂ 10,000 ਕੱਢਿਆ। ਗੁਰਵੰਤੀ ਵੱਲ ਵਧਾਉਂਦੇ ਹੱਥ ਜੋੜ ਕੇ ਬੋਲੀ, ਲੈ ਬੀਬੀ 5,000 ਜਾਪੇ ਦੇ ਤੇ ਆ ਪਾਪ ਨੂੰ ਟਿਕਾਣੇ ਲਾਉਣ ਦੇ। 5,000 ਇਸ ਭੇਤ ਨੂੰ ਭੇਤ ਹੀ ਰੱਖਣ ਲਈ। ਗੁਰਵੰਤੀ ਨੇ ਉਸ ਨੂੰ ਤਸੱਲੀ ਤੇ ਵਿਸ਼ਵਾਸ ਦਿਵਾਇਆ ਵੀ ਉਹ ਕਦੇ ਕਿਸੇ ਕੋਲ ਜ਼ੁਬਾਨ ਨਹੀਂ ਖੋਲ੍ਹੇਗੀ। ਰਾਤ ਦੇ ਤੀਸਰੇ ਪਹਿਰ ਨੇ ਆ ਦਸਤਕ ਦਿੱਤੀ। ਉਹਨਾਂ ਦੇ ਇਕਰਾਰ ਵਚਨ ਦਾ ਦੌਰ ਖਤਮ ਹੋਇਆ ਤਾਂ ਗੇਜੋ ਕਰਨੀ ਵੱਲ ਵਧੀ। ਉਸ ਦੇ ਮੱਥੇ ਤੇ ਬੇਸ਼ੱਕ ਤਿਉੜੀਆਂ ਸਨ, ਪਰ ਕਿਤੇ ਨਾ ਕਿਤੇ ਮਮਤਾ ਵੀ ਜਾਗੀ ਤੇ ਮੱਲੋ ਮੱਲੀ ਉਸ ਦਾ ਹੱਥ ਉਸ ਦੇ ਵਾਲਾਂ ਵਿੱਚ ਫਿਰਨ ਲੱਗਾ। ਧੀਮੀ ਚਾਲ ਚਲਦੀ ਕਰਨੀ ਬਾਰ-ਬਾਰ ਆਪਣੀ ਮਾਂ ਦਾ ਸਹਾਰਾ ਲੈ ਰਹੀ ਸੀ। ਉਮਰ ਨਿਆਣੀ, ਸਰੀਰ ਮਲੂਕ ਜਿਹਾ ਤੇ ਪੂਰੇ ਮਹੀਨਿਆਂ ਤੇ ਹੋਏ ਜਾਪੇ ਨੇ ਜਿਵੇਂ ਉਸ ਦਾ ਸਾਰਾ ਸੱਤ ਕੱਢ ਦਿੱਤਾ ਸੀ। ਸੁੱਕੀ ਹੋਈ ਵੇਲ ਵਾਂਗੂ ਹੁਲਾਰਾ ਖਾ ਆਪਣੀ ਮਾਂ ਦੇ ਮੋਢੇ ਤੇ ਆ ਡਿੱਗਦੀ। ਕਾਲੀ ਬੋਲੀ ਰਾਤ ਹੋਰ ਵੀ ਭੈ ਭੀਤ ਜਾਪ ਰਹੀ ਸੀ। ਦੂਰ ਦੂਰ ਤੱਕ ਸੰਨਾਟਾ ਸੀ। ਮਲਕੜੇ ਜਿਹੇ ਗੇਜੋ ਨੇ ਵੱਡਾ ਦਰਵਾਜ਼ਾ ਖੋਲ੍ਹਿਆ। ਉਸ ਦਾ ਮੁੰਡਾ ਰੌਣਕ ਤੇ ਸੱਸ ਜਸਕੁਰ ਕੂਕ ਸੁੱਤੇ ਪਏ ਸਨ। ਉਸ ਦੀ ਸੱਸ ਨੂੰ ਨੀਂਦ ਬਹੁਤ ਪਿਆਰੀ ਸੀ। ਜਦੋਂ ਸੌਂਦੀ ਸੀ ਤਾਂ ਭਲਾ ਕੋਈ ਸਾਰਾ ਘਰ ਚੋਰੀ ਕਰਕੇ ਲੈ ਜਾਵੇ, ਉਹਨੂੰ ਤਾਂ ਵੀ ਜਾਗ ਨਹੀਂ ਆਉਂਦੀ ਸੀ। ਗੇਜੋ ਨੇ ਕਰਨੀ ਨੂੰ ਵੱਡੀ ਸਵਾਤ ਵਿੱਚ ਜਾ ਲਟਾਇਆ। ਰਾਤ ਦੇ 3:30 ਦਾ ਸਮਾਂ ਹੋ ਚੱਲਿਆ ਸੀ। ਪੋਲੇ ਪੋਲੇ ਪੈਰੀ ਧਰਦੀ ਨੇ ਬਾਹਰ ਚੁੱਲ੍ਹੇ ਤੇ ਚਾਹ ਧਰ ਲਈ। ਕਰਨੀ ਨੂੰ ਚਾਹ ਦੀ ਬਾਟੀ ਭਰ ਕੇ ਫੜਾਉਂਦੀ ਨੂੰ ਤਕੀਦ ਕਰ ਗਈ ਕਿ ਕਿਸੇ ਕੋਲ ਵੀ ਭਾਫ ਨਾ ਕੱਢੇ। ਅਗਲਾ ਭਾਗ ਬਹੁਤ ਜਲਦ। ਧੰਨਵਾਦ ਜੀ।